ਹੱਸਦੀਆਂ ਝੱਲਦਾ ਏ ਪੱਖੀਆਂ ਤੇ ਚੜ ਜਾਣ ਬੱਖੀਆਂ ਕਿ ਲੋਕੀ ਕਹਿੰਦੇ ਉਹ ਸਾਰੇ ਕਹਿੰਦੇ ਕਿ ਪੁੱਟ ਸ਼ਾਹ ਜੀ ਕਿ ਪੁੱਟ ਸ਼ਾਹ ਜੀ ਨਿਤ ਨਵੀਆਂ ਬਦਲ ਕੇ ਸ਼ਕਲਾਂ ਕੇ ਕਰਦਾ ਏ ਨਕਲਾਂ ਕਿ ਲੋਕੀ ਕਹਿੰਦੇ ਉਹ ਸਾਰੇ ਕਹਿੰਦੇ ਕਿ ਪੁੱਟ ਸ਼ਾਹ ਜੀ ਕਿ ਪੁੱਟ ਸ਼ਾਹ ਜੀ ਕਿ ਪੁੱਟ ਸ਼ਾਹ ਜੀ ਕਿ ਪੁੱਟ ਸ਼ਾਹ ਜੀ हद हो गई नक ते मक्खी बैण नहीं दिंदी गल कोई भुंजे पैण नहीं दिंदी अपने कीमती टाइम दे विचों टाइम साडे लई उन्हें कढिया है इस करके जादूगर हुंबड़े ने अपने इस चैंबर दे विच जग्गे दी बीबी नूं सद्दिया है सो बुलाने हां अज अपने इस चैंबर दे विच जग्गे दी बीबी नूं गरीबी गरीबी नसीबी आ गई है जग्गे दी बीबी ते चल तू भी मेरे चैंबर दे विच हुंबला जादूगर हुंबड़ा अपने चैंबर दे विच जग्गे दी बीबी तेनू वेलकम कहंदा है तेनू शर्म नहीं आउंदी ओए हैं आंदे मेरी कौम पुछन लग पिया मैनू दस तेरी किहड़ी कौम आ असीं नहीं कौमां कौमां नूं मनदे असीं नहीं जातां पातां नूं मनदे ए सारे रब दे बंदे आ सारियां दी इक्को ही जात आ हुंबला मेरे कहण दा मतलब है कि मैं अपने चैंबर दे विच तेरा स्वागत करदा हां ना मेरा स्वागत करदा मैं कोई प्रधानमंत्री है पंजाबी च कह बीबी जी राम राम बीबी जी सत श्री अकाल हुंबला ते ठीक है जादूगर हुंबड़ा दे ਵੱਲੋਂ जग्गे दी बीबी ਤੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਤੂੰ ਮੈਨੂੰ ਇਹ ਦੱਸ ਕਿ ਤੇਰੇ ਪਿੰਡ ਦਾ ਕੀ ਹੈ ਹਾਲ ਲੈ ਮੈਂ ਤੈਨੂੰ ਦੱਸਦੀ ਆ ਪਿੰਡ ਦੇ ਬਾਹਰਲੀ ਸੜਕ ਜਿਹੜੀ ਟੁੱਟੀ ਪਈ ਆ ਤੇ ਕੱਲ ਸਰਪੰਚ ਦੇ ਛੋਟੇ ਮੁੰਡੇ ਨੂੰ ਕਾਲੀ ਕੁੱਟੀ ਪਈ ਆ ਹੁੰਬਲਾ ਧੰਨੇ ਪਟਵਾਰੀ ਦਾ ਪੱਠੇ ਕੱਟਣ ਵਾਲੀ ਮਸ਼ੀਨ 'ਚ ਹੱਥ ਆ ਗਿਆ ਤੇ ਜੈਲਦਾਰਾਂ ਦਾ ਕੱਟਾ ਸਾਡਾ ਤੂੜੀ ਵਾਲਾ ਕੁੱਪਟਾ ਗਿਆ ਆ ਹਿੱਟੇ ਮੋ ਜੇ ਤੁਹਾਨੂੰ ਪਿੰਡ ਦਾ ਇੰਨਾ ਫਿਕਰ ਹੈ ਆਂਟੀ ਜੀ ਫਿਰ ਤੁਸੀਂ ਸਰਪੰਚ ਕਿਉਂ ਨਹੀਂ ਬਣ ਜਾਂਦੇ ਮੈਂ ਤੇਰੇ ਥੱਪੜ ਮਾਰਨਾ ਹੈ ਮੈਂ ਤੈਨੂੰ ਆਂਟੀ ਲੱਗਦੀ ਆ ਉਹ ਮੈਂ ਤਾਂ ਹੁਣ ਵੀ ਜਦੋਂ ਕਿਤੇ ਤੁਰੀ ਜਾਵਾਂ ਗਲੀ ਚੋਂ ਤੇ ਪਿੰਡ ਦੇ ਮੁੰਡੇ ਕਹਿੰਦੇ ਆ ਆਓ ਜਾਂਦੀ ਚੰਦ ਦੀ ਚਾਂਦਨੀ ਆ ਚੰਦ ਦੀ ਚਾਨਣੀ ਇਹ ਤੁਹਾਨੂੰ ਲੋਕੀ ਚੰਦ ਦੀ ਚਾਨਣੀ ਕਿਉਂ ਕਹਿੰਦੇ ਨੇ ਲੈ ਮੈਂ ਤੈਨੂੰ ਦੱਸਦੀ ਆ ਤੇਰੇ ਖਾਨੇ ਪਾਨੀ ਆ ਦੇਖ ਜੱਗੇ ਦੇ ਬਾਪੂ ਦਾ ਨਾਂ ਹੈਗਾ ਚੰਦ ਤੇ ਮੈਂ ਆ ਉਹਦੀ ਚਾਨਣੀ ਹੁੰਬਲਾ ਬੇਟੇ ਮੋ ਤੇ ਹੁਣ ਜੱਗੇ ਦੀ ਬੀਬੀ ਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਜੱਗੇ ਦਾ ਵਿਆਹ ਹੋ ਚੁੱਕਾ ਹੈ ਕਿ ਹਲੇ ਤੱਕ ਕੁਆਰਾ ਹੈ ਤੂੰ ਕੀ ਲੈਣਾ ਦੇਣਾ ਹੈ ਜੇ ਜੱਗਾ ਕੁਆਰਾ ਪਈਆ ਤਾਂ ਤੂੰ ਬਟੋਲਾ ਬਣ ਕੇ ਉਹਦਾ ਵਿਆਹ ਕਰਾਉਣਾ ਮੇਰਾ ਜੱਗਾ ਵਿਆਹ ਆਇਆ ਕਿੱਥੇ ਹਲੋਡੂਵਾਲ ਆ ਤੇ ਜੱਗੇ ਦੇ ਵਿਆਹ ਦੀ ਕੋਈ ਗੱਲਬਾਤ ਸੁਣਾਓ ਲੈ ਸੁਣ ਲੈ ਜੱਗੇ ਦੇ ਵਿਆਹ ਦੀ ਗੱਲ ਜੱਗੇ ਨੂੰ ਜਦੋਂ ਕਾਕਾ ਬਿਆਨ ਗਏ ਆ ਜੱਗਾ ਬੈਠਾ ਘੋੜੀ ਤੇ ਤਾਂ ਜੱਗੇ ਦੀਆਂ ਥਾਲੀਆਂ ਕਰਨ ਉਹਨੂੰ ਟਿੱਚਣਾ ਕਿਹੜੀਆਂ ਕਹਿੰਦੀਆਂ ਹਾਏ ਨਹੀਂ ਦੇਖੋ ਘੋੜੀ ਕਿੰਨੀ ਸੋਹਣੀ ਨਹੀਂ ਲੱਗੇ ਮਨ ਮੋਹਣੀ ਘੋੜੀ ਨੂੰ ਕਿੰਨਾ ਚੜਿਆ ਨੂਰ ਲੱਗਦਾ ਤੇ ਫਿਰ ਜੱਗੇ ਨੇ ਕੀ ਕਿਹਾ ਜੱਗੇ ਨੇ ਜਵਾਬ ਕਹਿਣਾ ਜੀ ਉੱਥੇ ਮੈਂ ਕਿਹਾ ਕੁੜੀਓ ਗੱਲ ਸੁਣੋ ਤੁਸੀਂ ਕਹਿੰਦੀਆਂ ਘੋੜੀ ਨੂੰ ਚੜਿਆ ਨੂਰ ਲੱਗਦਾ ਤਾਂ ਜਿਹੜਾ ਘੋੜੀ ਤੇ ਬੈਠਾ ਹੈ ਤੁਹਾਨੂੰ ਲੰਗੂਰ ਲੱਗਦਾ ਨਾ ਇੱਥੇ ਮੋ ਤੇ ਫਿਰ ਅੱਗੇ ਕੀ ਹੋਇਆ ਅੱਗੇ ਫਿਰ ਜੱਗੇ ਦੀਆਂ ਥਾਲੀਆਂ ਉਹਨੂੰ ਕਹਿੰਦੀਆਂ ਵੀ ਤੂੰ ਸਾਨੂੰ ਕੋਈ ਛੰਦ ਸੁਣਾ ਜੱਗਾ ਕਹਿੰਦਾ ਪਹਿਲਾਂ ਤੁਸੀਂ ਛੰਦ ਸੁਣਾਓ ਫਿਰ ਉਹਨਾਂ ਨੇ ਛੰਦ ਸੁਣਾਇਆ ਕਹਿੰਦੀਆਂ ਛੰਦ ਪਰਾਗੇ ਆਈਏ ਜਾਜੇ ਛੰਦ ਪਰਾਗੇ ਛੰਮ ਭੈਣ ਸਾਡੀ ਇਹ ਸੋਨੇ ਵਰਗੀ ਇਹਨੂੰ ਨਾ ਲਾਈ ਕੰਮ ਤੇ ਫਿਰ ਕੋਈ ਜੱਗੇ ਨੇ ਜਵਾਬ ਦਿੱਤਾ ਉੱਥੇ ਫਿਰ ਜੱਗਾ ਬੋਲਿਆ ਕੀ ਜੱਗਾ ਕਹਿੰਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਬੌਕਰ ਭੈਣ ਤੁਹਾਡੀ ਨੂੰ ਕੰਮ ਨਹੀਂ ਲਾਉਂਦੇ ਦਾਤ ਦੇ ਦਿਓ ਨੌਕਰ ਹੁੰਬਲਾ ਫੇਟੇ ਮੋ ਬੀਬੀ ਜੀ ਤੁਸੀਂ ਦੱਸਿਆ ਕਿ ਤੁਹਾਡੇ ਜੱਗੇ ਦਾ ਵਿਆਹ ਹੋ ਗਿਆ ਤੇ ਫਿਰ ਤਾਂ ਤੁਹਾਡੀ ਨੂੰ ਤੁਹਾਡੀ ਚੰਗੀ ਸੇਵਾ ਕਰਦੀ ਹੋਣੀ ਹੈ ਵਾਹ ਸੇਵਾ ਕਰਦੀ ਆ ਹੈ ਸਾਰਾ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਉਹ ਤਾਂ ਮੇਰੇ ਨਾਲ ਲੜਦੀ ਰਹਿੰਦੀ ਆ ਤੁਹਾਡੇ ਨਾਲ ਲੜਦੀ ਰਹਿੰਦੀ ਹੈ ਤੇ ਕੀ ਤੁਹਾਡਾ ਜੱਗਾ ਉਸ ਨੂੰ ਕੁਛ ਨਹੀਂ ਕਹਿੰਦਾ ਐਦਾਂ ਇੱਕ ਦਿਨ ਜੱਗੇ ਨੇ ਤਾਂ ਮੈਂ ਸਕੀਮ ਬਣਾਈ ਕਿਹੜੀ ਸਕੀਮ ਮੈਂ ਕਿਹਾ ਕਾਕਾ ਸਵੇਰੇ ਆਪਾਂ ਨਾ ਝਾੜੂ ਕਰਕੇ ਝੂਠਾ ਮੂਠਾ ਲੜਾਂਗੇ ਹੈ ਮੈਂ ਕਹੂੰਗੀ ਝਾੜੂ ਮੈਂ ਮਾਰਨਾ ਤੇ ਤੂੰ ਕਹੀਂ ਝਾੜੂ ਮੈਂ ਮਾਰਨਾ ਮੁੜ ਕੇ ਮੇਰੀ ਨੂੰਹ ਸ਼ਰਮ ਦੀ ਮਾਰੀ ਆਪੇ ਆ ਕੇ ਕਹੂਗੀ ਲਿਆਓ ਬੀਬੀ ਜੀ ਮੈਂ ਮਾਰ ਦਿੰਨੀ ਆ ਤੇ ਕੀ ਤੁਹਾਡੀ ਸਕੀਮ ਕਾਮਯਾਬ ਹੋ ਗਈ ਵਾਹ ਕਾਮਯਾਬ ਹੋਈ ਉਹ ਤਾਂ ਪੁੱਠੀ ਪੈ ਗਈ ਪੁੱਠੀ ਪੈ ਗਈ ਉਹ ਕਿਵੇਂ ਮੈਂ ਤਾਂ ਸਵੇਰੇ ਜੱਗਾ ਝਾੜੂ ਕਰਕੇ ਲੜਨ ਲੱਗ ਪਏ
ਮੈਂ ਕਿਹਾ ਜੱਗਿਆ ਝਾੜੂ ਮੈਂ ਮਾਰਨਾ। ਕਹਿੰਦਾ ਨਹੀਂ ਬੀਬੀ ਝਾੜੂ ਮੈਂ ਮਾਰਨਾ। ਇੰਨੇ 'ਚ ਮੇਰੀ ਨੂੰਹ ਆ ਕੇ ਪਤਾ ਕੀ ਕਹਿੰਦੀ? ਕੀ ਕਹਿੰਦੀ ਹਾਏ ਹਾਏ ਦੋਏ ਜਾਣੇ ਲੜਦੇ ਕਿਉਂ ਆ? ਐਦਾਂ ਕਰੋ ਬੀਬੀ ਇੱਕ ਦਿਨ ਝਾੜੂ ਤੂੰ ਮਾਰ ਲਿਆ ਕਰ, ਇੱਕ ਦਿਨ ਜੱਗਾ ਮਾਰ ਲਿਆ ਕਰੂ। ਨਾ ਇੱਥੇ ਮੋਹ ਤੁਹਾਡੀ ਨੂੰ ਕੰਮ ਨਹੀਂ ਕਰਦੀ, 24 ਘੰਟੇ ਤੁਹਾਡੇ ਨਾਲ ਲੜਦੀ, ਤੇ ਫਿਰ ਉਹ ਕਰਦੀ ਕੀ ਹੈ? ਕਰਨਾ ਕੀ ਆ? ਫੈਸ਼ਨ ਕਰਦੀ ਆ, ਸਿਰ ਤੇ ਐਡਾ ਜੂੜਾ ਕਰਦੀ ਆ। ਅੱਛਾ ਆ ਜੱਗੇ ਨੇ ਕਿਤੇ ਉਹਦੇ ਥੋੜੇ ਦਿਨ ਪਹਿਲਾਂ ਚਪੇੜ ਮਾਰੀ ਫੇ ਤੇ ਜੂੜੇ ਚੋਂ ਗਲਬੀ ਨਿਕਲ ਕੇ ਡਿੱਗ ਪਈ। ਹੁਬਲਾ ਮੈਂ ਕਿਹਾ ਜੱਗਿਆ ਜੇ ਇੱਕ ਚਪੇੜ ਹੋਰ ਮਾਰ। ਜੱਗਾ ਕਹਿੰਦਾ ਬੀਬੀ ਇੱਕ ਚਪੇੜ ਹੋਰ ਕਿਉਂ ਮਾਰਾਂ? ਫਿਰ ਤੂੰ ਕੀ ਕਿਹਾ? ਮੈਂ ਕਿਹਾ ਕਿੰਨੇ ਦਿਨ ਹੋ ਗਏ ਪਤੀਲੀ ਨਹੀਂ ਲੱਭਦੀ, ਉਹ ਵੀ ਸ਼ਾਇਦ ਇਹਦੇ ਸਿਰ ਚੋਂ ਨਿਕਲੇ। ਹੁਬਲਾ ਬੇਟੇ ਮੋਹ ਜੱਗੇ ਦੀ ਬੀਬੀ ਜੀ ਤੁਸੀਂ ਦੱਸਿਆ ਹੈ ਕਿ ਤੁਹਾਡੀ ਨੂੰ ਕੰਮ ਨਹੀਂ ਕਰਦੀ, ਪਰ ਤੁਹਾਡਾ ਜੱਗਾ ਤੇ ਕੋਈ ਕੰਮ ਕਰਦਾ ਹੋਣਾ ਹੈ। ਜੱਗੇ ਨੇ ਜਵਾ ਕੰਮ ਕਰਨਾ। ਆ ਥੋੜੇ ਦਿਨ ਪਹਿਲਾਂ ਮੈਨੂੰ ਕਹਿੰਦਾ ਬੀਬੀ ਮੈਂ ਕੰਪਿਊਟਰ ਸਿੱਖਣਾ। ਤੇ ਕੀ ਤੁਸੀਂ ਜੱਗੇ ਨੂੰ ਕੰਪਿਊਟਰ ਸਿੱਖਣ ਦੇ ਦਿੱਤਾ? ਬਿਲਕੁਲ ਨਹੀਂ। ਮੈਂ ਕਿਹਾ ਕਾਕਾ ਤੂੰ ਨਹੀਂ ਕੰਪਿਊਟਰ ਸਿੱਖਣਾ ਕਿਉਂਕਿ ਟ੍ਰੈਫਿਕ ਹੋ ਗਈ ਆ ਬਹੁਤ। ਤੂੰ ਕੰਪਿਊਟਰ ਸਿੱਖਦਾ ਸਿੱਖਦਾ ਕਿ ਇਹਦੇ ਵਿੱਚ ਮਾਰੂੰਗਾ। ਇੱਥੇ ਮੋਹ ਉਸ ਤੋਂ ਬਾਅਦ ਸਾਡੇ ਜੱਗੇ ਨੇ ਪ੍ਰੈਸ ਦਾ ਕੰਮ ਸ਼ੁਰੂ ਕਰ ਲਿਆ। ਜਾਣੀ ਕਿ ਤੁਹਾਡਾ ਮੁੰਡਾ ਜੱਗਾ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਨ ਲੱਗ ਪਿਆ। ਕਾਨੂੰ ਕੱਪੜੇ ਪ੍ਰੈਸ ਕਰਨ ਲੱਗ ਪਿਆ। ਨਾ ਜਾਣੀ ਕਿ ਅੱਜ ਕੱਲ ਤੁਹਾਡਾ ਜੱਗਾ ਕੱਪੜੇ ਪ੍ਰੈਸ ਕਰਦਾ ਈ। ਅੱਛਾ ਉਹ ਵੀ ਕੰਮ ਛੱਡਤਾ, ਅੱਜ ਕੱਲ ਜੱਗਾ ਵਾਸ਼ਿੰਗ ਦਾ ਕੰਮ ਕਰਦਾ। ਕੀ ਜੱਗਾ ਗੱਡੀਆਂ ਧੋਂਦਾ ਹੈ? ਅੱਛਾ ਗੱਡੀਆਂ ਧੋਂਦਾ, ਪਟਵਾਰੀ ਢਾਬੇ ਤੇ ਭਾਂਡੇ ਧੋਂਦਾ। ਨਾ ਜੱਗੇ ਦੀ ਬੀਬੀ ਜੀ ਤੁਹਾਡਾ ਜੱਗਾ ਥਾਂ ਥਾਂ ਢਾਬਿਆਂ ਦੇ ਭਾਂਡੇ ਮਾਂਜਦਾ ਫਿਰਦਾ ਹੈ। ਤੁਸੀਂ ਐਦਾਂ ਕਿਉਂ ਨਹੀਂ ਕਰਦੇ? ਤੁਸੀਂ ਸ਼ਹਿਰ ਦੇ ਵਿੱਚ ਜਾਓ, ਬੈਂਕਾਂ ਵਾਲੇ ਲੋਨ ਦਿੰਦੇ ਨੇ, ਬੈਂਕ ਦੇ ਵਿੱਚ ਉਹਨੂੰ ਲੋਨ ਦਵਾ ਕੇ ਕੋਈ ਚੱਜ ਦਾ ਕੰਮ ਖੋਲ ਦਿਓ। ਗੱਲ ਸੁਣ ਓਏ ਟੋਪੀ ਵਾਲਿਆ, ਮੈਂ ਤੇਰੇ ਚਪੇੜ ਮਾਰਨੀ ਆ। ਹੈਂ ਤੂੰ ਮੈਨੂੰ ਬੇਵਕੂਫ ਸਮਝਦਾ? ਮੈਂ ਕਮਲੀ ਆ ਜਿਹੜੀ ਲੋਨ ਲੈਣ ਮੈਂ ਸ਼ਹਿਰ ਬੈਂਕ ਚੋਂ ਜਾਵਾਂ? ਜੇ ਲੋਨ ਦੀ ਗੱਲ ਆ ਉਹ ਤੇ ਸਾਡੇ ਪਿੰਡ ਜੱਗੂ ਹੱਟੀ ਵਾਲਾ ਦੇਈ ਜਾਂਦਾ। ਨਾ ਫਿੱਟੇ ਮੋਹ ਜੱਗੇ ਦੀ ਬੀਬੀ ਜੀ ਤੁਸੀਂ ਇਹ ਦੱਸੋ, ਜੱਗਾ ਤੇ ਕੋਈ ਕੰਮ ਕਾਰ ਨਹੀਂ ਕਰਦਾ ਸੀ ਤੇ ਜੱਗੇ ਦਾ ਬਾਪੂ ਦਾ ਕੋਈ ਕੰਮ ਕਾਰ ਕਰਦਾ ਹੋਣਾ ਹੈ? ਕੰਮ ਕੇ ਕਰਨਾ ਹੁਣ ਤੇ ਰਿਆ ਨੇ, ਪਰ ਜੱਗੇ ਦਾ ਬਾਪੂ ਬੜਾ ਵੱਡਾ ਸਾਇੰਟਿਸਟ ਹੁੰਦਾ ਸੀ। ਸਾਇੰਟਿਸਟ ਉਹ ਕੀ ਹੁੰਦਾ ਹੈ? ਉਹ ਕਾਕਾ ਜਿਹੜੀਆਂ ਖੋਜਾਂ ਕਰਕੇ ਚੀਜ਼ਾਂ ਬਣਾਉਂਦੇ ਆ। ਨਾ ਉਹਨਾਂ ਨੂੰ ਸਾਇੰਟਿਸਟ ਕਹਿੰਦੇ ਨੇ। ਉਹ ਮੈਨੂੰ ਕੀ ਪਤਾ, ਮੈਨੂੰ ਕਿਹੜਾ ਅੰਗਰੇਜ਼ੀ ਆਉਂਦੀ ਆ। ਤੇ ਕੀ ਜੱਗੇ ਦੇ ਬਾਪੂ ਨੇ ਕੋਈ ਖੋਜ ਕੀਤੀ? ਜੱਗੇ ਦੇ ਬਾਪੂ ਨੇ 2 ਖੋਜਾਂ ਕੀਤੀਆਂ, ਕਿਹੜੀਆਂ ਕਿਹੜੀਆਂ? ਇੱਕ ਤੇ ਮੇਰੀ ਤੇ ਦੂਜੀ ਜਹਾਜ਼ ਦੀ। ਅੱਛਾ ਤੇ ਜੱਗੇ ਦੇ ਬਾਪੂ ਨੇ ਜਹਾਜ਼ ਬਣਾਇਆ। ਜੱਗੇ ਦੇ ਬਾਪੂ ਨੇ ਜਹਾਜ਼ ਬਣਾਇਆ ਤੇ ਜੱਗੇ ਦਾ ਤਾਇਆ ਜਹਾਜ਼ ਲੈ ਕੇ ਆਸਮਾਨ 'ਚ ਚਲਾ ਗਿਆ। ਫੇਰ ਕਾਕਾ ਜਹਾਜ਼ ਤਾਂ ਕਿਤੇ ਤਰ੍ਹਾਂ ਥੱਲੇ ਆ ਗਿਆ। ਤੇ ਜੱਗੇ ਦਾ ਤਾਇਆ ਉਹ ਦੁਨੀਆ ਤੋਂ ਚਲਾ ਗਿਆ। ਉਹ ਨਾ ਇੱਕ ਵਾਰੀ ਸਾਡੇ ਕਿਸੇ ਗਵਾਂਢੀ ਕਾਰ ਲੈ ਕੇ ਆਏ ਅੱਛਾ ਤੇ ਜੱਗੇ ਦੇ ਬਾਪੂ ਨੇ ਕਾਰ ਦੀ ਮੱਝ ਬਣਾਤੀ। ਉਹ ਨਾ ਇਹਦਾ ਮਤਲਬ ਕਿ ਹੁਣ ਉਹ ਮੱਝ ਦੁੱਧ ਦਿੰਦੀ ਹੈ। ਪਾ ਦੁੱਧ ਦਿੰਦੀ ਆ, ਜਦੋਂ ਵੀ ਮੱਝ ਨੂੰ ਚੋਂਦੇ ਪੈਟਰੋਲ ਦਿੰਦੀ ਆ। ਆ ਜੱਗੇ ਦਾ ਬਾਪੂ ਕੀ ਸਾਇੰਟਿਸਟ ਸੀ? ਮੈਂ ਵੀ ਤਜਰਬੇਕਾਰ ਫੈਮਿਲੀ ਚੋਂ ਆ। ਜਾਨੇ ਮਕਾਣਿਆ ਫੇ ਗੱਲਾਂ ਕਰੀ ਜਾਣਾ, ਆਪਣਾ ਕੋਈ ਤਜਰਬਾ ਦੱਸ। ਇੱਕ ਵਾਰੀ ਦੀ ਗੱਲ ਆ, ਮੇਰਾ ਡੈਡ ਡੈਡ ਕਹਿੰਨੂੰ ਡੱਡੂ ਨੂੰ ਕਹਿੰਦੇ ਆ। ਉਹ ਨਾ ਡੈਡ ਮੇਰੇ ਡੈਡੀ ਹੁੰਦਾ ਹੈ। ਅੱਛਾ ਪੰਜਾਬੀ 'ਚ ਬਾਪੂ ਕਹੋ। ਤਾਂ ਠੀਕ ਹੈ ਬਾਪੂ ਹੀ ਕਹਿਣਾ। ਇੱਕ ਵਾਰੀ ਦੀ ਗੱਲ ਹੈ, ਮੇਰਾ ਬਾਪੂ ਸਤਲੁਜ ਦਰਿਆ ਦੇ ਵਿੱਚ ਵੜਿਆ। ਮੜ ਕੇ ਲੁਧਿਆਣੇ ਗੰਦੇ ਨਾਲੇ ਚੋਂ ਨਿਕਲਿਆ। ਨਾਲਿਆਂ ਦੀ ਗੱਲ ਨਾ ਕਰ, ਜਿਹੜੀ ਨਹਿਰ ਦੇ ਵਿੱਚ ਮੇਰੀ ਫੈਮਿਲੀ ਨਹਾਉਣ ਜਾਂਦੀ ਹੈ। ਮੜ ਕੇ ਉਹ ਨਹਿਰ ਕਿਤੇ ਹੋਰ ਨਹਾਣ ਜਾਂਦੀ ਆ। ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੈਂ ਨਹਾਉਣ ਵਾਸਤੇ ਦਰਿਆ ਦੇ ਵਿੱਚ ਛਾਲ ਮਾਰਤੀ। ਦਰਿਆ ਨੇ ਬਾਹਰ ਮਾਰਤੀ। ਲਾ ਤੂੰ ਛੱਡ ਮੇਰੀ ਫੈਮਿਲੀ ਦੇ ਤਜਰਬਿਆਂ ਨੂੰ। ਜੱਗੇ ਦੀ ਬੀਬੀ ਤੂੰ ਮੈਨੂੰ ਇਹ ਦੱਸ ਕਿ ਜੱਗੇ ਦੇ ਬਾਪੂ ਨੇ ਹੋਰ ਕਿਹੜਾ ਤਜਰਬਾ ਕੀਤਾ? ਮੈਂ ਤੈਨੂੰ ਦੱਸਦੀ ਆ, ਇੱਕ ਵਾਰੀ ਜੱਗੇ ਦੇ ਬਾਪੂ ਨੇ 5 ਮਿੰਟ 'ਚ ਮੋਟਰਸਾਈਕਲ ਤਿਆਰ ਕਰਤਾ। ਉਹ ਕਿਵੇਂ? ਸਾਈਕਲ ਤੇ ਖੜਾ ਸੀਗਾ, ਨਲਕੇ ਤੋਂ ਲਾ ਕੇ ਸਾਈਕਲ ਤੇ ਮੋਟਰ ਲਾਤੀ। ਲਾ ਫਿੱਟੇ ਮੋਹ ਚਲੋ ਜੱਗੇ ਦੀ ਬੀਬੀ ਜੀ ਇਹ ਤਾਂ ਮੰਨਿਆ ਕਿ ਜੱਗੇ ਦਾ ਬਾਪੂ ਬੜਾ ਵੱਡਾ ਸਾਇੰਟਿਸਟ ਸੀ, ਕਿ ਉਹਨਾਂ ਦੀ ਸਾਇੰਸ ਦਾ ਅਸਰ ਕੁਝ ਤੁਹਾਡੇ ਤੇ ਪਿਆ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਵੀ ਕੋਈ ਤਜਰਬੇ ਕਰਦੇ ਰਹਿੰਦੇ ਹੋ। ਮੈਂ ਤੈਨੂੰ ਦੱਸਦੀ ਆ, ਮੈਂ ਹਜੇ ਕੱਲ ਇੱਕ ਤਜਰਬਾ ਕੀਤਾ। ਕਿਹੜਾ ਤਜਰਬਾ? ਅਸੀਂ ਕਿਤੇ ਮੀਟ ਬਣਾਇਆ ਤੇ ਮੀਟ ਮੁੱਠ ਖਾ ਲਿਆ ਤੇ ਜੱਗਾ ਮੇਰਾ ਹੱਡੀਆਂ ਟੁੱਟਣ ਬਾਹਰ ਚੱਲਾ। ਮੈਂ ਕਿਹਾ ਜੱਗਿਆ ਹੱਡੀਆਂ ਬਾਹਰ ਨਾ ਛੁੱਟ ਕੇ ਆ। ਕਹਿੰਦਾ ਬੀਬੀ ਹੋਰ ਕੀ ਕਰਾਂ? ਮੈਂ ਕਿਹਾ ਹੱਡੀਆਂ ਬੇੜੇ 'ਚ ਬੀਜ ਦੇ, ਕੀ ਪਤਾ ਅਗਲੇ ਹਫ਼ਤੇ ਬੱਕਰੇ ਉੱਗ ਆਵੇ। ਆ ਇਹ ਤਾਂ ਜੱਗੇ ਦੀ ਬੀਬੀ ਗੱਲ ਸੀ ਤਜਰਬੇ ਦੀ।
ਪਰ ਸਾਰਾ ਪਿੰਡ ਇੱਕ ਗੱਲ ਕਹਿੰਦਾ ਹੈ ਕਿ ਜੱਗੇ ਦੀ ਬੀਬੀ ਬਹੁਤ ਵੱਡੀ ਕੰਜੂਸ ਹੈ। ਸਾਡਾ ਪਿੰਡ ਕਹਿੰਦਾ ਨਾ, ਤੂੰ ਕਿੱਦਾਂ ਕਹਿ ਸਕਦਾ ਆ? ਜੇ ਤੂੰ ਕੰਜੂਸ ਨਹੀਂ ਹੈ ਫਿਰ ਜੱਗਾ ਜਦੋਂ ਚੌਥੀ 'ਚ ਪਾਸ ਹੋਇਆ ਸੀ ਤੂੰ ਉਹਨੂੰ ਕੁੱਟਿਆ ਕਿਉਂ ਸੀ? ਕੁੱਟਿਆ ਕਿਉਂ ਸੀ? ਉਹ ਮੈਂ ਜੱਗੇ ਨੂੰ ਨਵੀਆਂ ਕਿਤਾਬਾਂ ਲੈ ਕੇ ਦਿੱਤੀਆਂ ਸੀ। ਮੈਂ ਕਿਹਾ ਸੀ ਜੱਗਿਆ ਇਹ ਕਿਤਾਬਾਂ ਨਾਲ ਤੂੰ 4 ਸਾਲ ਕੱਢਣੇ ਆ ਤੇ ਇਹ ਮਰ ਜਾਣਾ ਪਹਿਲੀ ਵਾਰੀ ਪਾਸ ਹੋ ਕੇ ਆ ਗਿਆ। ਓਮ ਬਲਾ ਆਪ ਚਲਾ ਕਈ ਨਵੀਆਂ ਛੱਡਦਾ ਨ ਕਮੀਆਂ ਛੱਡਦਾ ਨ ਕਮੀਆਂ ਗੱਲਾਂ ਕਰ ਨਵੀਆਂ ਜਦੋਂ ਹੱਸਦੀਆਂ ਢਲਦਾ ਏ ਪੱਖੀਆਂ ਤੇ ਚੜ ਜਾਣ ਬੱਖੀਆਂ ਕਿ ਲੋਕੀ ਕਹਿੰਦੇ ਉਹ ਸਾਰੇ ਕਹਿੰਦੇ ਕਿ ਪੁੱਟ ਸ਼ਾਹ ਜੀ ਹੱਥ ਹੋ ਗਈ ਕਿ ਪੁੱਟ ਸ਼ਾਹ ਜੀ